देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। पंजाब सरकार एक पासे कहती है कि साडा खजाना खाली है, तो वित्त मंत्री लगातार ये रोना रोंदे भी आते हैं, तो जिथे होए यही गल करते हैं कि सरकार दे कोल खजाना नहीं है। लेकिन दूजे पासे अगर गल करिए इंपलॉयज़ की, अगर गल करिए अज इंपलॉयज़ लिए एक वधिया दिन निकल के आया, क्योंकि इंपलॉयज़ की लॉटरी निकल गई है। ये असी नहीं कह रहे बल्कि पंजाब सरकार वालों ही कहा गया है, क्योंकि पंजाब सरकार वालों जी तनख्वाह जोड़े कर्मचारियों के खात्यां दे विच पाई गई है, वो एक नहीं बल्कि डबल सैलरी जी पा दी गई है। लगभग 4459 इंपलॉयज़ इस तरह के जिन्हों के खात्यां दे विच डबल सैलरी जी है वो पा दी गई है। दरअसल ये तकनीकी खराबी के कारण, सॉफ्टवेयर की जी खराबी आई, उसके कारण कई इंपलॉयज़ के खात्यां में डबल सैलरी गई। लेकिन हुण सरकार वालों इस गलती को मन्निया गया तो हुण एक चिट्ठी जारी करके अपनी गलती तो छुपाई गई, तो नाल इंपलॉयज़ के उत्ते भी ये पा दिता गया कि अगर कोई कर्मचारी वो डबल सैलरी नूं अकाउंट के विचों कड्ढेगा तो उसके खिलाफ कार्रवाई होएगी। इसी बारे गल करने लई साडे नाल हैगे पंजाब सरकार के कुछ सरकारी मुलाजम ते सुखचैन खैरा जिहड़े प्रधान ने इंपलॉय यूनियन के। खैरा साहब, बड़ी हासोहीनी गल हैगी कि सरकार एक पासे कहती है कि खजाना खाली है, दूजे पासे डबल सैलरी पा देंदी है। की गल की इसे छुपाने लई हैगी कि खजाना खाली है या असल दे विच खजाना खाली है? देखो जी, ये तो कुछ कह नहीं सकते क्योंकि सरकार को खजाना अपने लिए तो बहुत ज़्यादा हैगा, अपने वजीरां लिए हैगा, अपनी सुख सुविधा लिए हैगा। पर जितों तक तुसी गल कीती कि मुलाजमां दे अकाउंट दे विच डबल सैलरी पै गई, ये बारे मैं दस देना चाहना कि पंजाब दे विच 3.5 लाख मुलाजम इस समय जिहड़े आ परमानेंट काम कर रहे हैं, रैगूलर बेसिस ते काम कर रहे। ਉਹਦੇ ਵਿੱਚ कुछ हज़ार मतलब कि 2-4 हज़ार ਜਿਹੜਾ ਤੁਸੀਂ ਦੱਸ ਰਹੇ ਹੋ 4500-4600 ਦੇ ਕਰੀਬ ਜਿਹੜੀ ਤਨਖਾਹ ਡਬਲ ਪਈ ਹੈਗੀ ਆ, ਉਹਦੇ ਜੇ ਦੇਖਿਆ ਜਾਵੇ ਮੁੱਖ ਕਾਰਨ ਜਿਵੇਂ ਜੋ ਸਰਕਾਰ ਨੇ ਦੱਸਿਆ ਉਹਨਾਂ ਸਹਿਮਤ ਹਾਂ ਕਿ ਇੱਕ ਇਸ ਸਮੇਂ ਜਿਹੜੀ ਆ ਡਿਜੀਟਲ ਇੰਡੀਆ ਦੇ ਤਹਿਤ ਜਿਹੜਾ ਵਾ ਹਰ ਰਾਜ ਜਿਹੜਾ ਆਪਣੇ ਆਪ ਨੂੰ ਆਨਲਾਈਨ ਕੰਮ ਕਰਨ ਦੇ ਵਿੱਚ ਮਾਹਰ ਕਰ ਰਿਹਾ ਨੇ। ਸੋ ਸਾਡੇ ਵੀ ਇੱਥੇ ਇੱਕ ਆਫਿਸ ਨਾਮ ਦਾ ਸੌਫਟਵੇਅਰ ਚੱਲ ਰਿਹਾ, ਜਿਹੜੇ ਆਮ ਮੁਲਾਜ਼ਮ ਜਿਹੜੇ ਆ ਉਸ 'ਤੇ ਕੰਮ ਕਰਦੇ ਨੇ, ਜਿਹਦੇ ਵਿੱਚ ਫਾਈਲਾਂ ਅਪ ਡਾਊਨ ਜਾਂਦੀਆਂ ਨੇ, ਪ੍ਰਵਾਨਗੀਆਂ ਹੁੰਦੀਆਂ ਨੇ। ਉਸ ਤੋਂ ਸਿਵਾਏ ਇੱਕ IFMS ਜਿਹੜਾ ਹੈਗਾ ਸੌਫਟਵੇਅਰ ਹੈਗਾ, ਜਿਹਦੇ ਵਿੱਚ ਜਿਹੜਾ ਵਿੱਤ ਦੇ ਨਾਲ ਸੰਬੰਧਿਤ, ਫਿਨਾਂਸ ਨਾਲ ਸੰਬੰਧਿਤ ਕੰਮ ਕੀਤੇ ਜਾਂਦੇ ਨੇ। उस सॉफ्टवेयर ਦੇ ਵਿੱਚ ਕੋਈ ਖਰਾਬੀ ਦੇ ਕਾਰਨ, ਤਕਨੀਕੀ ਕਾਰਨ ਜਾਂ ਕਿਸੇ ਹਿਊਮਨ ਬੀਇੰਗ ਦੀ ਮਾੜੀ ਮੋਟੀ ਕੋਈ ਗਲਤੀ ਵੀ ਹੋ ਸਕਦੀ, ਇਸ ਬਾਰੇ ਮੈਂ ਕਨਫਰਮ ਨਹੀਂ ਕਹਿ ਸਕਦਾ ਹੈਗਾ ਕੀ ਕਾਰਨ ਆ। ਇਹਦੇ ਕਰਕੇ ਡਬਲ ਸੈਲਰੀ ਜਿਹੜੀ ਉਹ ਪੈ ਗਈ। ਲੇਕਿਨ ਅੱਗੇ ਵੀ ਕਦੀ ਕਦਾਈ ਦੇਖਣ 'ਚ ਆਇਆ ਵੀ ਬਹੁਤ ਘੱਟ ਚਾਂਸ ਹੁੰਦੇ, ਪਰ ਇਹੋ ਜਿਹੇ ਚਾਂਸ ਹੋਏ ਨੇ ਤੇ ਉਹਦੇ ਵਿੱਚ ਸੈਲਰੀ ਵਾਪਸ ਹੈ। ਕਿਉਂਕਿ ਇਹ ਬਹੁਤ ਵੱਡੀ ਗੱਲ ਨਹੀਂ ਕਿ ਸੈਲਰੀ ਵਾਪਸ ਨਹੀਂ ਜਾਏ, ਕਿਉਂਕਿ ਜੇ ਇਹ ਚੀਜ਼ ਕੋਈ ਵੀ ਮੁਲਾਜ਼ਮ ਡਬਲ ਸੈਲਰੀ ਕਢਾਉਂਦਾ ਹੈਗਾ ਤਾਂ ਉਹਦੇ ਵਿੱਚ ਇਹ ਹੁੰਦਾ ਕਿ ਉਹਦੀ ਅਗਲੀ ਤਨਖਾਹ ਰੁਕ ਜਾਏਗੀ। ਜਿੰਨੀ ਦੇਰ ਤੱਕ ਉਹਦਾ ਪੁਰਾਣਾ ਜਿਹੜਾ ਖਾਤਾ ਕਲੀਅਰ ਨਹੀਂ ਹੁੰਦਾ, ਉਨੀ ਦੇਰ ਉਹਦੀ ਅਗਲੀ ਤਨਖਾਹ ਨਹੀਂ ਪੈਂਦੀ। ਇਸ ਕਰਕੇ ਕੋਈ ਵੀ ਮੁਲਾਜ਼ਮ ਜਿਹੜਾ ਰਿਸਕ ਨਹੀਂ ਲੈਂਦਾ। ਸਰਕਾਰ ਦਾ ਪੈਸਾ ਸਰਕਾਰ ਦੇ ਖਾਤੇ ਵਿੱਚ ਜਾਏਗਾ। ਤੇ ਜਿਹੜੇ ਵਾਧੂ ਤਨਖਾਹ ਪੈਸੇ ਦੀ ਗੱਲ ਕੀਤੀ ਸਰਕਾਰ ਦੀ, ਇਹ ਤਾਂ ਮੈਨੂੰ ਲੱਗਦਾ ਵੀ ਸਰਕਾਰ ਕੋ ਪੈਸੇ ਹੈਗੇ ਆ, ਉਹ ਦਿਖਾਵਾ ਕਰ ਰਹੀ ਹੈ, ਪੈਸੇ ਹੈ ਨਹੀਂ। ਜਦੋਂ ਮੁਲਾਜ਼ਮਾਂ ਦੀ ਗੱਲ ਆਉਂਦੀ ਆ, ਆਪਣੀ ਵਾਰੀ ਤੇ ਉਹਨਾਂ ਕੋਲ ਪੈਸੇ ਹੁੰਦੇ, ਸਾਰਾ ਕੁਝ ਕਰ ਰਹੇ। ਉਹ ਸਾਨੂੰ ਕਹਿ ਰਹੇ ਇਹਨਾਂ ਦੀ ਤਨਖਾਹਾਂ 'ਤੇ ਬੜਾ ਖਰਚ ਹੋ ਰਿਹਾ। ਕਿ ਉਹਨਾਂ ਨੇ ਤਨਖਾਹਾਂ ਘੱਟ ਕੀਤੀ ਹੈ? ਜੇ ਕਰੋਨਾ ਦੇ ਵਿੱਚ ਕੋਈ ਘਾਟਾ ਹੋਇਆ ਸੀ ਕਿ ਉਹਨਾਂ ਨੇ ਆਪਣਾ ਕੋਈ ਅਲਾਊਂਸ ਛੱਡਿਆ? ਕਿ ਉਹਨਾਂ ਨੇ ਆਪਣੀਆਂ ਕੋਠੀਆਂ ਛੱਡੀਆਂ ਰੈਨੋਵੇਟ ਹੋਣ ਤੋਂ ਬਗੈਰ? ਉਹਨਾਂ ਨੇ ਜਿਹੜੇ ਬਾਕੀ ਖਰਚੇ ਉਹਨਾਂ ਨੇ ਬੰਦ ਕੀਤੇ? ਨਹੀਂ ਕੀਤੇ। ਇਟ ਮੀਨਸ ਆ ਕਿ ਉਹਨਾਂ ਕੋਲ ਖਰਚਾ ਹੈਗਾ, ਖਜ਼ਾਨਾ ਹੈਗਾ, ਸਿਰਫ ਦਿਖਾਣ ਲਿਆ ਇਹ ਮਗਰਮੱਛ ਦੇ ਹੰਝੂ ਜਿਹੜੇ ਉਹ ਵਹਾ ਰਹੇ ਨੇ। ਖੈਰ ਸਾਹਿਬ, ਅਸੀਂ ਦੇਖ ਰਹੇ ਹਾਂ ਕਿ ਅੱਜ ਇੱਕ ਵਾਰ ਫਿਰ ਜਿਹੜਾ ਰੋਸ ਮੁਜ਼ਾਹਰਾ, ਹਾਲਾਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ, ਤੁਸੀਂ ਸਾਰਿਆਂ ਨੇ ਆਪਣੀ ਕਮੀਜ਼ਾਂ ਤੇ ਇੱਕ ਬਿੱਲੇ ਲਗਾਏ ਨੇ ਪੰਜਾਬ ਸਰਕਾਰ ਵਿਰੁੱਧ ਰੋਸ, ਤੇ ਲਗਾਤਾਰ ਵਿਰੋਧ ਤੁਸੀਂ ਜਤਾ ਵੀ ਰਹੇ ਹੋ। ਕੀ ਮੰਗ ਹੈਗੀ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦਾ ਜਿਹੜੇ ਵਿਰੋਧ ਆ ਉਹ ਦੇਖਾਂਗੇ? ਦੇਖੋ ਜੀ, ਮੰਗਾਂ ਦੇ ਨਾਲ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਸਰਕਾਰ ਨੇ ਇੱਕ ਮੈਨੀਫੈਸਟੋ ਸੀਗਾ ਜਾਰੀ ਕੀਤਾ ਆਪਣੇ ਇਲੈਕਸ਼ਨ ਤੋਂ ਪਹਿਲਾਂ, ਕਾਂਗਰਸ ਜਿਹੜੀ ਆ ਪਾਰਟੀ ਨੇ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ 90 ਦਿਨਾਂ ਦੇ ਵਿੱਚ ਮੈਂ ਵਾਅਦੇ ਪੂਰੇ ਕਰ ਦੂੰਗਾ ਮੁਲਾਜ਼ਮਾਂ ਨਾਲ। ਉਹ ਲੋਕਾਂ ਉੱਥੇ ਜਾ ਕੇ ਕੰਟਰੈਕਟ ਦੇ ਜਿਹੜੇ ਸਾਡੇ ਸਾਥੀ ਐਜੀਟੇਸ਼ਨ ਕਰ ਰਹੇ ਸੀ, ਉਹਨੇ ਐਜੀਟੇਸ਼ਨ ਜਾ ਕੇ ਕਿਹਾ ਵੀ ਮੈਂ ਆਂਦੇ ਹੀ ਤੁਹਾਨੂੰ ਪੱਕੇ ਕਰ ਦਾਂਗਾ। ਉਹਨਾਂ ਨੇ ਜਿਹੜੇ ਸਾਡੇ ਪੁਰਾਣੀ ਪੈਨਸ਼ਨ ਦੇ ਸਾਥੀ ਦੇ ਸ਼ਿਵਰ ਲੱਗੇ ਹੋਏ ਸੀਗੇ, ਜਿੱਥੇ ਉਹ ਧਰਨਿਆਂ ਤੇ ਬੈਠੇ ਹੋਏ ਸੀਗੇ ਅਣਮਿੱਥੇ ਸਮੇਂ ਲਈ, ਉੱਥੇ ਜਾ ਕੇ ਕਿਹਾ ਕਿ ਮੈਂ ਆਂਦੇ ਪੁਰਾਣੀ ਪੈਨਸ਼ਨ ਸਕੀਮ ਚਾਲੂ ਕਰ ਦੂੰਗਾ।
ਉਹਨਾਂ ਨੇ ਕਿਹਾ ਮੈਂ ਆਂਦੇ ਹੀ ਪੇ ਕਮਿਸ਼ਨ ਲਾਊ, ਜਿਹੜਾ ਅਕਾਲੀਆਂ ਨੇ ਨਹੀਂ ਲਾਇਆ। ਜਿਹੜੀਆਂ ਅਕਾਲੀਆਂ ਨੇ ਡੀਏ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ ਮੈਂ ਉਹ ਵੀ ਦਊਂਗਾ, ਨਾਲ ਏਰੀਅਰ ਵੀ ਦਊਂਗਾ। ਤੁਸੀਂ ਸਾਨੂੰ ਵੋਟਾਂ ਪਵਾ ਕੇ ਸਾਡੀ ਸਰਕਾਰ ਬਣਾਓ। ਤੇ ਅੱਜ ਸਰਕਾਰ ਦੁਆਰਾ ਜਿਹੜੀ ਉਹਦੀ ਟੈਨਿਊਰ ਖਤਮ ਹੋਣ ਵਾਲੀ ਆ ਤੇ ਅਜੇ ਤਾਈਂ ਉਹਨਾਂ ਦਾ ਪੇ ਕਮਿਸ਼ਨ ਦੀ ਰਿਪੋਰਟ ਤੱਕ ਨਹੀਂ ਆਈ, ਉਹਨੂੰ ਅੱਗੇ ਤੋਂ ਅੱਗੇ ਵਧਾਈ ਜਾਂਦੇ ਨੇ। ਉਹੀ ਡੀਏ ਦਾ ਏਰੀਅਰ ਲੱਖਾਂ ਦਾ ਜਿਹੜਾ 2-2 ਲੱਖ ਰੁਪਈਆ 1.5 ਲੱਖ ਰੁਪਈਆ ਸਰਕਾਰ ਵੱਲ ਬਣਿਆ ਹੋਇਆ, ਉਹਦਾ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈਗਾ। ਸੋ ਜੇ ਉਹ ਕਹਿੰਦੇ ਆ ਵੀ ਸਟੇਟ ਗਰੀਬ ਆ, ਜੇ ਉਹਨਾਂ ਨੇ ਵਾਅਦੇ ਕੀਤੇ ਸੀ ਸਾਡੇ ਵਾਰੀ ਪੈਸੇ ਮੁੱਕਦੇ ਆ, ਸਾਨੂੰ ਸਾਡੇ ਨਵੇਂ ਮੁਲਾਜ਼ਮਾਂ ਨੂੰ ਜੇ ਪੈਨਸ਼ਨ ਦੇਣ ਲਈ ਪੈਸੇ ਨਹੀਂ ਹੈਗੇ ਤਾਂ ਭਾਈ ਤੁਸੀਂ ਇੰਨੀਆਂ ਪੈਨਸ਼ਨਾਂ ਕਿਉਂ ਲੈਂਦੇ ਹੋ? ਪੈਨਸ਼ਨ ਹੁੰਦੀ ਆ ਇੱਕ 25 ਸਾਲ ਦੀ ਕੰਮ ਕਰਨ ਤੋਂ ਬਾਅਦ ਉਹਦਾ ਬਣਦਾ ਲੌਜਿਕ ਜਾਂ ਰੂਲ ਆ ਕਿ ਉਹ ਜਿਹੜਾ 25 ਸਾਲ ਤੋਂ ਬਾਅਦ ਉਹਨਾਂ ਨੂੰ ਪੈਨਸ਼ਨ ਮਿਲੇਗੀ। ਤੁਸੀਂ ਹਰ 5 ਸਾਲ ਬਾਅਦ ਪੈਨਸ਼ਨ ਚਾਹੀਦੀ ਤੁਹਾਨੂੰ? ਕੀ ਤੁਸੀਂ ਅਸਮਾਨ ਤੋਂ ਟਪਕੇ ਹੋ? ਕਿਉਂ ਚਾਹੀਦੀ ਹੈ? ਤੇ ਜੇ ਉਹ ਪੈਨਸ਼ਨਾਂ ਲਈ ਤੁਹਾਡੇ ਕੋਲ ਪੈਸੇ ਹੈਗੇ ਆ ਤੇ ਫਿਰ ਸਾਨੂੰ ਦੇਣ ਲੱਗੇ ਕਿਉਂ? ਫਿਰ ਸਮਾਜ ਦੇ ਨਾਲ ਹੋਰ ਜਿਹੜੇ ਕੀਤੇ ਵਾਅਦੇ ਉਹ ਕਿਉਂ ਨਹੀਂ ਪੂਰੇ ਗਏ? ਉਹ ਕਹਿ ਰਹੇ ਨੇ ਕਿ ਅਸੀਂ 86% ਵਾਅਦੇ ਪੂਰੇ ਕਰਤੇ। ਹੁਣ ਅਮਰਿੰਦਰ ਸਿੰਘ ਦਾ ਤੁਸੀਂ ਵੀ ਬਿਆਨ ਚਲਾਇਆ ਹੋਣਾ। ਹੁਣ ਸਾਡੇ ਨਾਲ ਤਾਂ ਇੱਕ ਵਾਅਦਾ ਨਹੀਂ, ਜਿਹੜਾ 2016 ਦਾ ਪੇ ਕਮਿਸ਼ਨ ਅੱਜ 2021 ਆ ਗਈ, ਉੱਪਰ 6 ਸਾਲ ਹੋ ਗਏ, ਉਹੀ ਨਹੀਂ ਪੂਰਾ ਕੀਤਾ। ਤੇ ਤੁਸੀਂ ਕਹਿੰਦੇ ਮੈਂ ਸਾਰੇ ਵਾਅਦੇ ਪੂਰੇ ਕੀਤੇ। ਕੀ ਡੀਏ ਦੇਤਾ, ਕਿ ਡੀਏ ਦਾ ਏਰੀਅਰ ਦੇਤਾ, ਕਿ ਪੁਰਾਣੀ ਪੈਨਸ਼ਨ ਦੇਤੀ, ਕਿ ਪੱਕੇ ਮੁਲਾਜ਼ਮਾਂ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਤਾ, ਕੀ ਜਿਹੜੇ ਹੈਗੇ ਆ ਤੁਸੀਂ 200 ਰੁਪਈਆ ਸਾਡੇ ਤੇ ਜਜੀਆ ਟੈਕਸ ਨਹੀਂ ਲਾਇਆ, ਡਿਵੈਲਪਮੈਂਟ ਟੈਕਸ? ਤੁਹਾਡੇ ਕੋਲ ਪੈਸੇ ਤੁਸੀਂ ਉਲਟਾ ਖੋਣੇ ਸ਼ੁਰੂ ਕਰਤੇ। ਤੁਸੀਂ ਹੋਰ ਵੀ ਸਾਡੇ ਤੇ ਬੰਦਿਸ਼ਾਂ ਲਾਤੀਆਂ। ਤੁਸੀਂ ਸਾਡੇ ਸਾਥੀਆਂ ਤੇ 4% ਵਧਾਇਆ ਸ਼ੇਅਰ ਸਰਕਾਰ ਦਾ, ਜਿਹੜੇ ਐਨਪੀਐਸ ਮੁੰਡੇ ਬੱਚਿਆਂ ਨੂੰ ਮਿਲਦਾ, ਉੱਤੇ ਤੁਸੀਂ ਇਨਕਮ ਟੈਕਸ ਲਾਤਾ। ਔਰ ਦੇਖੋ ਦੋਗਲੀ ਨੀਤੀ, ਆਈਐਸ ਅਫਸਰਾਂ ਨੂੰ ਮਾਫ ਕਰਤਾ, ਦੂਜਿਆਂ ਦਾ ਮਾਮਲਾ ਪੈਂਡਿੰਗ ਰੱਖ ਲਾ। ਇਹ ਕਿੱਥੋਂ ਦੀ ਨੀਤੀ ਆ ਕਿ ਜਿਹੜੇ ਤੁਸੀਂ ਉੱਪਰ ਬੈਠੇ ਜਿਹਦੀ ਲਾਠੀ ਉਹਦੀ ਮੱਝ, ਤੁਸੀਂ ਲੋਕਾਂ ਨੂੰ ਲੁੱਟੀ ਜਾਓ? ਕੀ ਇਹ ਚੰਗੀਆਂ ਗੱਲਾਂ? ਹੁਣ ਕੀ ਉਹ ਸੋਚਦੇ ਆ ਕਿ ਅਸੀਂ ਪ੍ਰਸ਼ਾਂਤ ਭੂਸ਼ਣ ਲਿਆ ਕੇ ਜਿੱਤ ਜਾਵਾਂਗੇ? ਉਹ ਕੀ ਕਰੂਗਾ ਆ ਕੇ? ਉਹ ਲੋਕਾਂ ਨੂੰ ਜਿਹੜੇ ਭੁਲੇਖੇ ਪਾਣੇ ਆ, ਅਸੀਂ ਉਹ ਭੁਲੇਖੇ ਦੂਰ ਕਰਨ ਲਈ ਜਿੱਤੇ ਖੜੇ ਆ ਵੀ ਇਹਨਾਂ ਦੇ ਭੁਲੇਖਿਆਂ 'ਚ ਨਾ ਆਇਓ। ਖੈਰ ਸਾਹਿਬ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਹੈਗੀ? ਕੋਈ ਕਾਰਜਕ੍ਰਮ ਲਿਖੇ ਗਏ? ਦੇਖੋ ਜੀ, ਹੁਣ 3 ਜਨਰਲ ਰੈਲੀਆਂ ਉਹ ਲਿਖੀਆਂ ਗਈਆਂ, ਜਿਹਦੇ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਹੈਗਾ। 25 ਤਰੀਕ ਨੂੰ ਜਿਹੜੀ ਹੈਗੀ ਆ ਉਹ ਬਠਿੰਡਾ ਵਿਖੇ ਜਨਰਲ ਰੈਲੀ ਆ। ਦੂਜੀ ਜਨਰਲ ਰੈਲੀ 16 ਤਰੀਕ ਨੂੰ ਜਿਹੜੀ ਆ ਉਹ ਪਟਿਆਲਾ ਵਿਖੇ ਹੈਗੀ ਆ। ਉਸ ਤੋਂ ਬਾਅਦ ਅਗਲੀ ਰੈਲੀ ਜਿਹੜੀ ਹੈਗੀ ਹੈ 27 ਤਰੀਕ ਦੀ ਉਹ ਜਲੰਧਰ ਰੈਲੀ ਹੈਗੀ ਆ। ਤੇ ਉਸ ਤੋਂ ਬਾਅਦ ਪੱਕਾ ਮੋਰਚਾ ਕਿਸਾਨਾਂ ਦੀ ਤਰਜ਼ ਤੇ ਪਟਿਆਲੇ ਵਿਖਾ ਹੈਗਾ। ਉਸ ਤੋਂ ਬਾਅਦ ਇੱਕ ਨਵੇਂ ਵਿਚਾਰ ਚੱਲ ਰਹੇ ਨੇ ਕਿ ਪੈਨ ਡਾਊਨ ਸਟ੍ਰਾਈਕ ਵੀ ਕਰ ਦਿੱਤੀ ਜਾਵੇ, ਵੀ ਜਿਵੇਂ ਕਹਿੰਦੇ ਵੀ ਨੋ ਇਕੁਅਲ ਵਰਕ ਇਕੁਅਲ ਪੇ, ਤੇ ਇੱਥੇ ਆ ਵੀ ਨੋ ਵਰਕ ਨੋ ਪੇ। ਜੇ ਤੁਸੀਂ ਸਾਨੂੰ ਸਾਡੇ ਸਮਾਜ ਜਿਹੜੇ ਸਾਡੇ ਉਹ ਦੇ ਨਹੀਂ ਰਹੇ, ਜਿਹੜੇ ਸਾਡੇ ਹੱਕ ਆ, ਤੇ ਫਿਰ ਤਾਂ ਅਸੀਂ ਕੰਮ ਕਿਉਂ ਕਰੀਏ? ਸੋ ਅਸੀਂ ਪੈਨ ਡਾਊਨ, ਕੰਮ ਛੱਡੋ ਹੜਤਾਲ ਤੇ ਚਲੇ ਜਾਵਾਂਗੇ। ਸੋ ਤੁਸੀਂ ਸੁਣਿਆ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਜਿਹੜੇ ਕਿ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਉਹ ਪ੍ਰਦਰਸ਼ਨ ਕਰ ਰਹੇ ਤੇ ਇੱਕ ਵਾਰ ਫਿਰ ਨਵੇਂ ਪ੍ਰਦਰਸ਼ਨਾਂ ਦੀ ਜਿਹੜੀ ਹੈ ਇਹਨਾਂ ਵੱਲੋਂ ਜਿਹੜੀ ਹੈ ਉਹ ਕਾਰਜਕ੍ਰਮ ਲਿਖੇ ਗਏ। ਤੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਜਿਹੜੀ ਸਰਕਾਰ ਵੱਲੋਂ ਜਿਹੜੀ ਆਪਣੀ ਗਲਤੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਉਹ ਗਲਤੀ ਨੂੰ ਛੁਪਾਉਣ ਲਈ ਜਿਹੜਾ ਸਾਰਾ ਜ਼ਿੰਮੇਵਾਰੀ ਹੈ ਉਹ ਇਹਨਾਂ ਕਰਮਚਾਰੀਆਂ ਦੇ ਉੱਤੇ ਪਾ ਦਿੱਤੀ ਗਈ ਹੈ। ਇਸ ਨੂੰ ਲੈ ਕੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਇਹ ਡਬਲ ਸੈਲਰੀ ਅਕਾਊਂਟਸ ਦੇ ਵਿੱਚ ਆਈ ਹੈ। ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੀ ਗਲਤੀ ਜਿਹੜੀ ਹੈ ਵਿਭਾਗ ਵੱਲੋਂ ਕੀਤੀ ਜਾਂਦੀ ਹੈ, ਲੇਕਿਨ ਜਿੱਥੇ ਤੱਕ ਖਜ਼ਾਨਾ ਖਾਲੀ ਹੋਣ ਦਾ ਸਵਾਲ ਹੈ ਉਸ ਨੂੰ ਲੈ ਕੇ ਸਾਫ਼ ਕਿਹਾ ਹੈ ਕਿ ਇਹ ਸਿਰਫ ਦਿਖਾਵੇ ਲਈ ਖਜ਼ਾਨਾ ਖਾਲੀ ਹੈਗਾ। ਅਸਲ ਦੇ ਵਿੱਚ ਆਪਣੀ ਜੇਬਾਂ ਭਰਨ ਲਈ, ਆਪਣੀ ਤਨਖਾਹ ਲੈਣ ਲਈ ਸਰਕਾਰ ਦੇ ਕੋਲ ਪੂਰਾ ਪੈਸਾ, ਜਦਕਿ ਕਰਮਚਾਰੀਆਂ ਨੂੰ ਦੇਣ ਲਈ ਪੈਸਾ ਨਾ ਹੋਏ, ਤੇ ਇਸ ਲਈ ਇਹ ਬਹਾਨਾ ਲਗਾ ਦਿੱਤਾ ਜਾਂਦਾ ਹੈ ਕਿ ਸਰਕਾਰ ਦੇ ਕੋਲ ਖਜ਼ਾਨਾ ਖਾਲੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਪ੍ਰਵੀਨ ਪਾਂਡੇ ਦੇ ਨਾਲ ਅੰਕੁਸ਼ ਮਹਾਜਨ, दैनिक सवेरा टीवी। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। पंडित राधे शर्मा, चमत्कार ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ। 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ। ਮੁਸਲਮਾਨੀ, ਰੂਹਾਨੀ ਤੇ ਕਾਲੇ ਇਲਮ ਦੇ ਬਾਦਸ਼ਾਹ, ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ। ਮੋੜੀ ਵਸ਼ੀਕਰਨ ਕਰਵਾਓ, ਮਨਚਾਹਾ ਪਿਆਰ ਪਾਓ, ਲਵ ਮੈਰਿਜ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਜ਼ਮੀਨੀ ਝਗੜਾ, ਨੌਕਰੀ, ਕਾਰੋਬਾਰ ਚ ਰੁਕਾਵਟ, ਵਿਦੇਸ਼ ਯਾਤਰਾ, ਲੋਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ, ਸੱਚਾਈ ਜਾਣੋ। ਲੋਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ। ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੋਬਾਈਲ 98 768 045 80 85 588 38 617।